ਫਿਲਮ ਬਣਾਉਣੀ ਸੀ ਉਹਦੇ ਵਾਸਤੇ ਤੁਸੀਂ 42 ਲੱਖ ਰੁਪਈਆ ਉਸ ਸਿੰਗਰ ਨੂੰ ਦਿੱਤਾ। ਇਹ ਸਿੰਗਰ ਕਿਹੜੇ ਜ਼ਿਲ੍ਹੇ ਦਾ ਆ? ਮੋਗੇ ਦਾ ਜੀ। ਓ ਮਾਈ ਗॉड, ਲੋਕ ਸਮਝ ਗਏ ਹੋਣਗੇ ਕਿ ਮੋਗੇ ਦਾ ਕਿਹੜਾ ਆ ਸਿੰਗਰ ਜਿਹਨੇ ਮੂਵੀ ਬਣਾਈ। ਤੇ ਮੂਵੀ ਇਹ ਚੱਲੀ ਸੀ ਜਾਂ ਫਲਾਪ ਹੋ ਗਈ ਸੀ? ਉਹ ਲੈ ਮਾਈ ਗॉड, ਆ ਦੇਖ ਲਓ, ਆ ਜਰਾਬ, ਆ ਮੇਰੀ ਜਰਾਬ ਤੋਂ ਦੱਸੀ, ਆਹ ਜਰਾਬ ਤੋਂ ਦੱਸੀ, ਆਰਟਿਸਟ ਜਿਹਨੂੰ ਵੀਜ਼ਾ ਦਵਾਇਆ ਸੀ ਕੈਨੇਡਾ ਦਾ। ਮੇਰੀ ਮਿਹਨਤ ਕਰਨੀ ਆਣ ਕੇ ਆ ਸੌਕਸ ਜਿਹੜੀ ਆ ਇਹਨੇ ਇੱਕ ਪਾਰ ਦਿੱਤੀ ਤੇ ਇੱਕ ਆ ਇਸ ਦਾ ਰੰਗ ਕਰ ਦਿੱਤਾ ਇਹਨੇ, ਬਰੀਚ ਪਾ ਕੇ ਉੱਥੇ ਇੰਡੀਆ 'ਚ ਬਰੀਚ ਐਕਸਟਰਾ ਪਾਤਾ ਇਹਨੇ। ਸੋ ਆਮ ਥਰੋਇੰਗ ਦਿਸ ਵਨ। ਔਰ ਜਿਸ ਨੇ ਕੋਠੀ ਵੇਚ ਕੇ 42 ਲੱਖ ਖਰਚ ਦਿੱਤਾ ਹੋਵੇ, ਕਿੰਨੇ ਸਾਲ ਹੋ ਗਏ ਹੁਣ ਤਾਈਂ? ਸਰ ਜੀ 5 ਸਾਲ ਹੋ ਗਏ ਜੀ। 5 ਸਾਲ ਹੋ ਗਏ ਖਰਚ ਦਿੱਤੇ ਪੈਸੇ। ਔਰ ਇਸ ਖਰਚ ਨੇ ਜਿਹੜੇ ਆ ਖਰਚ ਲਏ ਆ ਜਾਂ ਕੀ ਕੀਤਾ ਆ, ਹੁਣ ਡਰਾਉਂਦਾ ਐ, ਇਹਨੂੰ ਧਮਕਾਉਂਦਾ ਆ। ਮੈਨੂੰ ਉਹ ਜਾਣਦਾ ਗੈਂਗਸਟਰ, ਮੈਨੂੰ ਉਹ ਜਾਣਦਾ ਜੀ ਕਿੱਦਾਂ। ਅੱਛਾ, ਇਹ ਗੈਂਗਸਟਰ ਦਾ ਨਾਮ ਵੀ ਲੈਂਦਾ ਆ। ਵੈਰੀ ਗੁੱਡ। ਇਹ ਹੁਣ ਹੋਰ ਫਸੂਗਾ, ਇਹ ਹੋਰ ਫਸੂਗਾ। ਗੈਂਗਸਟਰ ਦਾ ਜਿਹੜਾ ਨਾਂ ਲੈਂਦਾ, ਪੁਲਿਸ ਅਫਸਰ ਸਾਹਿਬਾਨ ਨੂੰ ਦੱਸਣਾ ਇਹ ਸਾਰੀਆਂ ਗੱਲਾਂ। ਮੇਰੇ ਲਾਈਨ ਤੇ ਇਸ ਵੇਲੇ ਪੰਜਾਬ ਤੋਂ ਫਰੀडम ਆਫ ਸਪੀਚ ਦਾ ਅਸੀਂ ਭਾਗ 2 ਅਸੀਂ ਪ੍ਰੋਮ ਪੇਸ਼ ਕਰਾਂਗੇ। ਔਰ ਮੇਰੇ ਲਾਈਨ 'ਚ ਸਾਡੇ ਇੱਕ ਸਤਿਕਾਰਯੋਗ ਕਾਲਰ ਨੇ। ਕਾਲਰ, ਤੁਹਾਡਾ ਨਾਮ ਕੀ ਹੈ ਪੂਰਾ? ਸਰ ਜੀ ਹੈਪੀ ਹੈ ਜੀ। ਪੂਰਾ ਨਾਮ ਕੀ ਹੈ ਹੈਪੀ ਜੀ ਤੁਹਾਡਾ? ਲਾਈਕ ਅੰਮ੍ਰਿਤਪਾਲ ਸਿੰਘ ਜੀ। ਕੀ ਨਾਮ ਹੈ? ਅੰਮ੍ਰਿਤਪਾਲ ਸਿੰਘ। ਅਮਰਤਪਾਲ ਸਿੰਘ, ਛੋਟਾ ਨਾਮ ਹੈਪੀ। ਹਾਂਜੀ ਸਰ। ਹੈਪੀ, ਤੁਸੀਂ ਹੈਪੀ ਨਹੀਂ ਲੱਗਦੇ, ਕੀ ਗੱਲ ਆ? ਖੁਸ਼ ਨਹੀਂ ਹੋ, ਨਾਰਾਜ਼ ਹੋ, ਨਿਰਾਸ਼ ਹੋ, ਅਦਾਸੀ ਚ ਹੋ? ਸਰ ਮੈਂ ਤਾਂ ਬਹੁਤ ਹੀ ਡਿਪਰੈਸ਼ਨ ਚ ਰਹਿਣਾ ਜੀ। ਮੇਰੇ ਪੈਸੇ ਇਹਨੇ ਮਾਰ ਲਏ ਜੀ। ਓ ਮਾਈ ਗॉड, ਕਮ ਔਨ ਬੇਬੀ, ਤੇਰੇ ਪੈਸੇ ਮਾਰ ਲੈ? ਹਾਂਜੀ ਸਰ। ਹੋਲਡ ਔਨ, ਵੈਸੇ ਪੈਸੇ ਸਿਰਫ ਇਹਨਾਂ ਦਾ ਸੀ ਕਿ ਇਹਨੇ ਨਾਂ ਨਹੀਂ ਲੈਣਾ ਕਿ ਇਹਨੇ ਮਾਰੇ ਆ। ਕੋਈ ਬਿਲਡਰ ਹੈ ਜਾਂ ਕੋਈ ਉਹ ਬੰਦਾ ਬਿਜ਼ਨਸਮੈਨ ਹੈ ਜਾਂ ਫਿਰ ਕੋਈ ਏਜੰਟ ਹੈ ਜਾਂ ਫਿਰ ਆਲੇ ਬੜੀ ਕੁੜੀ ਚ ਪੈਸੇ ਫਸ ਗਏ, ਕਿਹਨੇ ਮਾਰ ਲਏ ਪੈਸੇ? ਸਭ ਇਹਨਾਂ ਦੱਸ ਕੋਈ ਕੌਣ ਹੈ ਬੰਦਾ? ਉਹ ਮਤਲਬ ਕੀ ਕਰਦਾ ਕੀ ਆ? ਓ ਮਾਈ ਗॉड, ਕਮ ਔਨ ਬੇਬੀ, ਉਹ ਸਿੰਗਰ ਹੈ। ਓ ਗॉड, ਕਿੰਨੇ ਪੈਸੇ ਮਾਰ ਲਏ? 42 ਲੱਖ ਆਈ, 42 ਲੱਖ। ਓ ਮਾਈ ਗॉड, 42 ਲੱਖ। ਐਨੀਵੇ, ਮੈਂ ਸਟੋਰੀ ਨੂੰ ਪ੍ਰੋਸੀਡ ਕਰਾਂ, ਮੈਨੂੰ ਆਗਿਆ ਦਿਓ ਆਪਣੀ ਸਟੋਰੀ ਨੂੰ ਪ੍ਰੋਸੀਡ ਕਰਨ ਸੇ। ਜੈਸ ਔਰ ਨੋ ਪਲੀਜ਼ ਹੈਪੀ। ਹੈਪੀ, ਜੈਸ ਔਰ ਨੋ ਪਲੀਜ਼। ਜੈਸ ਕਹੋਗੇ ਤੁਸੀਂ? ਸਰ ਕਾਹਦੇ ਵਾਸਤੇ? ਮਤਲਬ ਤੁਹਾਡੀ ਸਟੋਰੀ ਨੂੰ ਮੈਂ ਟੈਲੀਕਾਸਟ ਕਰ ਰਿਹਾ ਨਾ, ਟੀਵੀ ਤੇ ਦਿਖਾ ਰਹੀ ਹੋ ਤੇ ਸੁਣਾ ਰਹੇ ਲੋਕਾਂ ਨੂੰ ਕਿ ਤੁਹਾਡੇ ਪੈਸੇ ਮਾਰੇ ਆ ਸਿਰਫ। ਹਾਂਜੀ ਹਾਂਜੀ। ਓਕੇ ਜੈਸ। ਹੈਪੀ ਜੀ, ਤੁਹਾਡੀ ਉਮਰ ਕਿੰਨੀ ਆ? ਸਰ ਹੁਣ ਇਸ ਵੇਲੇ 37 ਈਅਰ ਹੈ ਜੀ। ਸ਼ਾਦੀशुदा ਹੋ? 35 ਸਾਲ। ਸ਼ਾਦੀशुदा ਹੋ? ਹਾਂਜੀ ਸ਼ਾਦੀशुदा ਜੀ। ਹਾਂਜੀ। ਤੁਸੀਂ ਕਿੰਨੇ ਭੈਣ ਭਰਾ ਹੋ? ਇਹ ਚਾਰ ਜੀ ਭੈਣ ਭਰਾ, 2 ਭੈਣ 2 ਸਿਸਟਰ ਜੀ। 2 ਭੈਣ ਭਰਾ। ਮਾਤਾ, ਤੁਹਾਡਾ ਪਿੰਡ ਕਿਹੜਾ ਪੰਜਾਬ 'ਚ? ਪਿੰਡ ਵੀ ਲੋ ਕੋਠੇ ਪਿੰਡ ਹੈ ਜੀ। ਹਾਂਜੀ। ਕੋਠੇ ਪਿੰਡ ਆ? ਹਾਂਜੀ। ਤਹਿਸੀਲ ਕਿਹੜੀ ਆ? ਫਿਰ ਸ਼ਾਹਗੜੀ। ਸ਼ਾਹਕੋਟ। ਤੇ ਤੁਹਾਡੇ ਇੱਥੇ ਐਸਐਚਓ ਕੌਣ ਨੇ? ਆਪਣੇ ਸੁਰਿੰਦਰ ਸਿੰਘ ਨੇ? ਹਾਂਜੀ, ਉਹ ਸ਼ਾਹਕੋਟ ਤੋਂ ਇਹ ਲੋਹੀਆਂ ਹੋ ਰਹਾ ਜੀ, ਭੁੱਲਰ ਸਾਹਿਬ। ਓਕੇ, ਤੁਸੀਂ ਜ਼ਿਲ੍ਹਾ ਜਲੰਧਰ ਹੈ ਤੁਹਾਡਾ? ਹਾਂਜੀ ਹਾਂਜੀ। ਓਕੇ, ਵੈਰੀ ਫਾਈਨ। ਤੇ ਡਿਪਟੀ ਸਾਹਿਬ ਕੌਣ ਨੇ ਤੁਹਾਡੇ ਇੱਥੇ? ਡਿਪਟੀ ਸਾਹਿਬ ਦਾ ਜੀ ਪਤਾ ਨਹੀਂ, ਹੁਣ ਮੈਨੂੰ ਨਵੇਂ ਆਏ ਆ ਜੀ। ਓਕੇ, ਨੋ ਪ੍ਰੋਬਲਮ, ਆਈ ਵਿਲ ਬੀ ਚੈੱਕ ਇਟ, ਨੋ ਇਸ਼ੂ। ਤੁਹਾਡੇ ਕੋਲੋਂ 42 ਲੱਖ ਰੁਪਈਆ ਇੱਕ ਸਿੰਗਰ ਨੇ ਲੈ ਲਿਆ, ਗਾਉਣ ਵਾਲੇ ਨੇ। ਹਾਂਜੀ ਸਰ। ਆਈ ਸੀ। ਹਾਂਜੀ। ਸੋ ਇਹ ਤੁਸੀਂ 42 ਲੱਖ ਰੁਪਈਆ ਕਾਹਦੇ ਵਾਸਤੇ ਦਿੱਤਾ ਉਹਨੂੰ? ਤੇ ਫਿਲਮ ਵਾਸਤੇ ਜੀ, ਫਿਲਮ ਚਲਾਈ ਸੀ। ਅੱਛਾ, ਉਹਨੇ ਫਿਲਮ ਬਣਾਉਣੀ ਸੀ, ਉਹਦੇ ਵਾਸਤੇ ਤੁਸੀਂ 42 ਲੱਖ ਰੁਪਈਆ ਉਸ ਸਿੰਗਰ ਨੂੰ ਦਿੱਤਾ। ਇਹ ਸਿੰਗਰ ਕਿਹੜੇ ਜ਼ਿਲ੍ਹੇ ਦਾ ਆ? ਮੋਗੇ ਦਾ ਜੀ, ਡਿਸਟ੍ਰਿਕਟ ਮੋਗੇ। ਓ ਮਾਈ ਗॉड, ਲੋਕ ਸਮਝ ਗਏ ਹੋਣਗੇ ਕਿ ਮੋਗੇ ਦਾ ਕਿਹੜਾ ਆ ਸਿੰਗਰ ਜਿਹਨੇ ਮੂਵੀ ਬਣਾਈ। ਤੇ ਮੂਵੀ ਇਹ ਚੱਲੀ ਸੀ ਜਾਂ ਫਲਾਪ ਹੋ ਗਈ ਸੀ? ਸਰ ਪਤਾ ਨਹੀਂ ਜੀ, ਤੇਰੀ ਮੂਵੀ ਪਤਾ ਸਾਨੂੰ ਵੀ ਕੁਝ ਨਹੀਂ ਦਿੱਤਾ ਜੀ। ਰੁਪਈਆ ਵੀ ਨਹੀਂ ਅੱਜ ਤਾਈਂ 1 ਰੁਪਈਆ ਵੀ ਨਹੀਂ ਦਿੱਤਾ। ਸਾਲ ਕਿੰਨੇ ਹੋ ਗਏ? ਕਿੰਨੇ ਸਾਲ ਹੋ ਗਏ ਆ? ਅਸੀਂ 4-5 ਸਾਲ ਹੋ ਗਏ ਜੀ। ਸਾਰਿਆਂ ਨੂੰ ਕਹਿ ਕੇ ਥੱਕ ਗਏ ਜੀ, ਕੁਛ ਨਹੀਂ। ਸਾਡਾ ਘਰ ਕੋਠੀ ਵੇਚ ਕੇ ਦਿੱਤੇ ਸੀਗੇ ਜੀ। ਘਰ ਦੀ ਕੋਠੀ ਵੇਚ ਕੇ ਤੁਸੀਂ 42 ਲੱਖ ਫਿਲਮ ਦੇ ਵਿੱਚ ਦਿੱਤਾ ਇਸ ਸਿੰਗਰ ਨੂੰ। ਤੇ ਜਿਹੜੀ ਮੂਵੀ ਜਿਹੜੀ ਆ ਉਹ ਮਤਲਬ ਚੱਲੀ ਨਹੀਂ, ਫਲਾਪ ਹੋ ਗਈ। ਫਲਾਪ ਤਾਂ ਹੋਣੀ ਹੈ।
ਔਰ ਜੇ ਚੱਲੀ ਹੈ ਜਾਂ ਫਲਾਪ ਹੋਈ ਹੈ ਕੀ ਹੋਇਆ, ਔਰ ਜੇ ਤੁਹਾਡਾ ਵਾਅਦਾ ਕੀਤਾ ਪੈਸੇ ਦੇਣੇ ਚਾਹੀਦੇ ਸਿੰਗਰ ਨੂੰ। ਐਨੀਵੇ ਮੈਂ ਪ੍ਰੋਸੀਡ ਕਰ ਸਕਦਾ ਹਾਂ, ਪਰ ਦੋ ਚੀਜ਼ਾਂ ਨੇ। ਕੀ ਤੁਸੀਂ ਪੁਲਿਸ ਨੂੰ ਕੰਪਲੇਂਟ ਕਰ ਚੁੱਕੇ ਹੋ? ਸਰ ਨਹੀਂ ਜੀ, ਅਜੇ ਨਹੀਂ ਕੀਤੀ। ਕਿਉਂ, ਰੀਜਨ ਕੀ ਆ? ਪੁਲਿਸ ਕਿਉਂ ਨਹੀਂ ਕੀਤੀ? ਅਜੇ ਇਹ ਬਸ ਦੇ ਦੂ ਜੀ, ਆਹੀ ਬਸ ਲਾਰਿਆਂ ਤੇ ਜੀ ਰੂਹ। ਉਤੋਂ ਹੀ ਕਈ ਵਾਰ ਜੇ ਕੋਈ ਜਾਰੀ ਵਾਰ ਪੁੱਛ ਲਓ ਜੀ, ਅਗਲਾ ਫੋਨ ਕਰਕੇ ਤਾਂ ਤੁਹਾਡੀ ਆਵਾਜ਼, ਤੁਹਾਡੀ ਇੱਕ ਮਿੰਟ ਆਵਾਜ਼ ਨਹੀਂ ਆ ਰਹੀ, ਪ੍ਰੋਪਰ ਆਵਾਜ਼ ਦਿਓ, ਸਿਗਨਲ ਪ੍ਰੋਪਰ ਲਾਉਣ ਹੁੰਦਾ ਪਲੀਜ਼, ਹੋਲਡ ਔਨ, ਕਿਉਂਕਿ ਪ੍ਰੋਪਰ ਨਹੀਂ। ਦੇਖ ਲਓ ਜੀ, ਜੋ ਕਰੂਗਾ ਸੋ ਭਰੂਗਾ। ਜੋ ਜ਼ਿੰਦਗੀ ਦੇ ਵਿੱਚ ਗਲਤ ਲੋਕਾਂ ਤੇ ਐਲੀਗੇਸ਼ਨ ਲਾਊਗਾ, ਉਹ ਅੜਿੱਕੇ ਆਊਗਾ ਹੀ ਕਾਨੂੰਨ ਦੇ, ਉਹਨੂੰ ਅੜਿੱਕੇ ਆਉਣਾ ਹੀ ਪੈਣਾ ਕਾਨੂੰਨ ਦੇ। ਉਹ ਤਾਂ ਸਮਝੋ ਕਿ ਕਾਨੂੰਨ ਹੁਣ ਹੱਥ ਕੜੀਆਂ ਲੱਗਣਗੀਆਂ। ਹੋਲਡ ਔਨ 1 ਸੈਕਿੰਡ। ਅਮਰਤਪਾਲ ਸਿੰਘ, ਅਮਰਤਪਾਲ ਤੁਹਾਡੇ ਫਾਦਰ ਦਾ ਨਾਮ ਕੀ ਹੈ? ਸਰਦਾਰ ਗੁਰਦੇਵ ਸਿੰਘ ਜੀ। ਕਿੰਨੀ ਉਮਰ ਹੈ ਉਹਨਾਂ ਦੀ? ਉਹ ਐਕਸਪਾਇਰ ਹੋਏ ਆ ਜੀ। ਹਾਂਜੀ, ਐਕਸਪਾਇਰ ਹੋਏ ਆ ਜੀ। ਮਾਫ ਕਰਨਾ, ਬੜਾ ਦੁੱਖ ਹੈ। ਤੁਹਾਡੀ ਮਾਤਾ ਜੀ? ਮਾਤਾ ਜੀ ਹੈਗੇ ਆ ਜੀ। ਕੀ ਨਾਮ ਉਹਨਾਂ ਦਾ? ਹਰਬੰਸ ਕੌਰ। ਹਾਂਜੀ, ਹਰਬੰਸ ਕੌਰ ਜੀ। ਹਰਵੰਸ ਕੌਰ ਹੈ। ਤੁਸੀਂ ਦੋ ਭੈਣ ਤੇ ਦੋ ਭਰਾ ਹੋ, ਬਾਕੀ ਦੇ ਭੈਣ ਭਰਾ ਸਾਰੇ ਇੰਡੀਆ ਵਿੱਚ ਜਾਂ ਬਾਹਰ ਵੀ ਹੈ ਕੋਈ? ਨਹੀਂ, ਇੱਕ ਇੰਗਲੈਂਡ ਚ ਜੀ, ਦੋ ਕੈਨੇਡਾ ਚ ਜੀ, ਇੱਕ ਸਿਸਟਰ ਤੇ ਇੱਕ ਬ੍ਰਦਰ। ਓਕੇ, ਜਿਹੜੇ ਬ੍ਰਦਰ ਕੈਨੇਡਾ ਵਿੱਚ ਆ, ਨਾਮ ਕੀ ਉਹਨਾਂ ਦਾ? ਮਨਦੀਪ ਸਿੰਘ ਜੀ। ਮਨਦੀਪ। ਛੋਟਾ ਨਾਮ ਕੀ ਉਹਨਾਂ ਦਾ? ਮੰਨਾ ਜੀ। ਮੰਨਾ। ਇਹ ਮੰਨਾ ਤਾਂ ਸਾਡੇ ਸਮਾਜ ਦੇ ਵਿੱਚ ਬਹੁਤ ਹੀ ਰਿਸਪੈਕਟਡ ਨੇ। ਇਹਨਾਂ ਦੀ ਬਹੁਤ ਦੇਖਿਆ ਜਾਵੇ ਕਿ ਸਾਡੇ ਸਮਾਜ ਕੈਨੇਡਾ ਦੇ ਵਿੱਚ ਵਸਦੇ ਲੋਕਾਂ ਨੂੰ ਦੇਣ ਹੈ ਔਰ ਬੜੇ ਹੈਲਪਫੁਲ ਨੇ। ਮਨਦੀਪ ਮੰਨਾ ਵੀ ਮੰਨ ਲਿਆ ਇਸ ਆਰਟਿਸਟ ਨੇ। ਇਹ ਆਰਟਿਸਟ ਬਹੁਤ ਮਸ਼ਹੂਰ ਹੈ ਜਾਂ ਫਿਰ ਇਹ ਕਿਹੋ ਜਿਹਾ ਆਰਟਿਸਟ ਹੈ ਇਹ? ਨਹੀਂ ਸਰ, ਆਰਟਿਸਟ ਵੀ ਇੱਧਰ ਕੰਮ ਹੀ ਕਰਦੇ ਆ ਸਰ, ਹੁਣ ਜੋਬ ਹੀ ਆ। ਨਹੀਂ, ਜਿਸ ਆਰਟਿਸਟ ਨੇ ਤੁਸੀਂ ਕਹਿੰਦੇ ਕਲਾਕਾਰ ਨੇ ਪੈਸੇ ਲਏ ਆ ਫਿਲਮ ਬਣਾਈ ਦੇ 42 ਲੱਖ ਰੁਪਈਆ, ਇਹ ਕਿਹੋ ਜਿਹਾ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਹੈ ਆਰਟਿਸਟ ਕੋਈ? ਹਾਂਜੀ, ਠੀਕ ਠਾਕ ਹੀ ਹੈ ਜੀ। ਓਕੇ, ਠੀਕ ਠਾਕ ਹੀ ਹੈ। ਠੀਕ ਠਾਕ ਮਤਲਬ ਕਿ ਜਿਸ ਤਰ੍ਹਾਂ ਦੇ ਪਲੇਅਰਾਂ ਦੇ ਨਾਲ ਕੱਪੜੇ ਚੁੱਕਣ ਵਾਲਾ ਇਦਾਂ ਦਾ ਹੈ ਇਹ। ਜੀ ਹਾਂ, ਟਰੂ। ਸਰ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਦਾ ਬੜਾ ਸਤਿਕਾਰ ਹੁੰਦਾ ਆ। ਹੁਣ ਮਨਮੋਹਨ ਵਾਰਿਸ, ਕਮਲ ਹੀਰ, ਕਿੱਡੀ ਵੱਡੀ ਗਿਣਤੀ ਹੈ। ਹਰਜੀਤ ਹਰਮਨ, ਔਰ ਜੇ ਮੈਂ ਗਿਣਤੀ ਕਰਾਂ ਪੁਰਾਣੇ ਆਰਟਿਸਟ ਸਾਰੇ, ਤੇ ਜੇ ਮੈਂ ਗੱਲ ਕਰਾਂ ਹਰਵਿੰਦਰ ਗਰੇਵਾਲ ਸਾਹਿਬ, ਹੋਰ ਕਿੰਨੇ ਗਾਇਕ ਨੇ ਜਿਹੜੇ ਕਿ ਗਾਇਕੀ ਦੇ ਸਿਰ 'ਚ ਨੇ। ਜਿਹੜੇ ਹੇਰਾਫੇਰੀ ਕਰਨ ਵਾਲੇ ਨੇ ਉਹ ਇਸ ਤਰ੍ਹਾਂ ਹੁਣ ਜੇਲ੍ਹ ਜਾਊਗਾ। ਤੁਸੀਂ ਪੁਲਿਸ ਨੂੰ 42 ਲੱਖ ਰੁਪਈਆ ਕੋਠੀ ਵੇਚ ਕੇ ਦਿੱਤਾ, 4 ਸਾਲ ਹੋ ਗਏ ਨੇ। ਤੁਸੀਂ ਇਹਨਾਂ ਨੇ ਘਰ ਜਾਂਦੇ ਹੋ ਪੈਸੇ ਲੈਣ? ਨਹੀਂ, ਜਾਂਦੇ ਰਹੇ ਜੀ, ਪਰ ਕੋਈ ਬਸ ਜੀ ਉਹ ਕਹਿੰਦੇ ਆਪ ਬਚਿਆ ਹੀ ਕੁਛ ਨਹੀਂ, ਏਦਾਂ ਹੋਗੀ ਓਦਾਂ ਹੋਗੀ। ਇਹਦਾ ਮਤਲਬ ਮੂਵੀ ਫਲਾਪ ਹੋ ਗਈ ਫਿਰ? ਪਰ ਇਹ ਕੁਛ ਬੱਚਿਆਂ ਨੂੰ ਕੁਛ ਦਿਨ ਤੇ ਚੱਲੀ ਆ ਜੀ, ਸਾਨੂੰ ਤਾਂ 1 ਰੁਪਈਆ ਨਹੀਂ ਅਜੇ ਤਾਈਂ ਦਿੱਤਾ ਜੀ। 1 ਰੁਪਈਆ ਦੀ ਜਿਹੜੀ ਪੈਣੀ ਵੀ ਕਿੱਦਾਂ ਦੀ ਹੁੰਦੀ ਹੈ। ਤੇ ਟੋਟਲ ਇਸ ਮੂਵੀ ਤੇ ਕਿੰਨਾ ਲੱਗਾ ਸੀ ਕਹਿੰਦੇ? ਇਹ ਕਹਿੰਦੇ 3 ਕਰੋੜ ਰੁਪਈਆ ਕਹਿੰਦੇ ਸੀ ਲੱਗਾ ਜੀ। ਤੁਸੀਂ ਕਿਵੇਂ ਜਾਣਦੇ ਸੀ ਇਸ ਬੰਦੇ ਨੂੰ? ਇਹ ਮੇਰੇ ਪਿੰਡ ਦੇ ਸੀਗੇ ਜੀ ਵਾਕਫ, ਉਹਨਾਂ ਦਾ ਕਰਕੇ ਜਾਣਦੇ। ਪਿੰਡ ਦੇ ਬਾਪ, ਉਹਨਾਂ ਦਾ ਨਾਮ ਕੀ ਪਿੰਡ ਦਿਆਂ ਦਾ? ਹਾਂਜੀ, ਗੁਰਪ੍ਰੀਤ ਸਿੰਘ ਹੈ ਜੀ। ਉਹ ਕਿੱਥੇ ਰਹਿੰਦਾ ਆ? ਉਹ ਵੀ ਇੱਥੇ ਹੀ ਆ ਜੀ, ਕੈਨੇਡਾ 'ਚ ਹੀ ਆ। ਪਰ ਗੁਰਪ੍ਰੀਤ ਦਾ ਤਾਂ ਕੋਈ ਕਸੂਰ ਨਹੀਂ ਵਿਚਾਰੇ ਦਾ, ਕਿਉਂਕਿ ਪੈਸੇ ਤਾਂ ਉਹਨੇ ਸੁਧਾਰ ਗੱਲ ਕੀਤੀ ਹੋਊਗੀ, ਇਨਵੈਸਟਮੈਂਟ ਕਰ ਲਈ। ਕਿ ਗੁਰਪ੍ਰੀਤ ਨੂੰ ਅਸੀਂ ਦੋਸ਼ੀ ਨਹੀਂ ਕਹਿ ਸਕਦੇ, ਕਿਉਂਕਿ ਗੁਰਪ੍ਰੀਤ ਦਾ ਵਿਚਾਰੇ ਦਾ ਕੋਈ ਦੋਸ਼ ਨਹੀਂ ਹੈ। ਸੋ ਦੋਸ਼ ਤਾਂ ਇਹ ਹੈ ਜਿਹਨੇ ਪੈਸੇ ਲਵਾਏ ਆ ਤੁਹਾਡੇ, ਔਰ ਇਹ ਜਿਹਨੇ ਪੈਸੇ ਤੁਹਾਨੂੰ। ਹੁਣ ਜਦੋਂ ਜਾਂਦੇ ਤੁਸੀਂ ਇਹਦੇ ਮਾਂ-ਪਿਓ ਨੂੰ ਇਹਦੇ ਘਰ ਵਿੱਚ ਜੋ ਜਾਂਦੇ ਹੋ, ਤੁਹਾਨੂੰ ਸਤਿਕਾਰ ਦਿੰਦੇ ਇਹ ਪੂਰਾ ਵੈਲਕਮ ਕਰਦੇ ਆ, ਤੁਹਾਡੇ ਨਾਲ ਵਾਅਦਾ ਕਰਦੇ ਜਾਂ ਤੁਹਾਨੂੰ ਡਰਾਉਂਦੇ ਜਾਂ ਧਮਕਾਉਂਦੇ ਆ, ਕੀ ਕਹਿੰਦੇ ਦੱਸੋ? ਸਰ ਜੇ ਕਿਸੇ ਨੂੰ ਕਹਿ ਦੇਈਦਾ ਜੀ, ਉਹ ਐਵੇਂ ਹੀ ਮੈਨੂੰ ਅੱਗੇ ਪਿੱਛੇ ਜੇ ਫੋਨ ਕਰਕੇ ਕਹਿੰਦੇ ਤੁਸੀਂ ਰੋਣੀ ਤੋਂ ਥ੍ਰੈਟਾਂ ਨੂੰ ਨਹੀਂ ਗੱਲਾਂ, ਬੰਦਾ ਜਾਏ ਲੈਵਲ ਤੇ ਹੋ ਗਈ ਏਦਾਂ ਅਗਲੇ ਨੂੰ ਥ੍ਰੈਟ ਦਰਦ। ਤੁਹਾਡੀ ਆਵਾਜ਼ ਸਿੱਧੂ ਸਾਹਿਬ ਨਾਲ ਕਹੋ ਕਿ ਮੈਂ ਤੁਹਾਨੂੰ ਬਾਰ-ਬਾਰ ਬੇਨਤੀ ਕਰਾਂ ਕਿ ਥੋੜਾ ਜਿਹਾ ਸਿਗਨਲ ਦਵਾਓ ਪਲੀਜ਼। ਔਰ ਇੱਕ ਪਾਸੇ ਪੈਸੇ ਤੇ ਇੱਕ ਪਾਸੇ ਇੱਕ ਗਾਉਣ ਵਾਲਾ ਥ੍ਰੈਟ ਕਰ ਰਿਹਾ ਹੈ, ਔਰ ਗਾਉਣ ਵਾਲਾ ਵੀ ਠੀਕ ਠਾਕ ਹੀ ਹੈ। ਆਈ ਡੋਂਟ ਨੋ ਕੌਣ ਹੈ, ਕਿਉਂਕਿ ਇਹ ਪੁਲਿਸ ਨੂੰ ਮੈਟਰ ਜਦੋਂ ਦਿੱਤਾ ਹੈ, ਜਦੋਂ ਕੇਸ ਦਰਜ ਹੋ ਗਿਆ ਉਸ ਵੇਲੇ ਅਸੀਂ ਫੋਟੋ ਲਾਵਾਂਗੇ, ਹੋ ਸਕਦਾ ਸਾਨੂੰ 2 ਦਿਨ ਲੱਗ ਜਾਣ ਜਾਂ 3 ਦਿਨ ਲੱਗ ਜਾਣ।
ਔਰ ਮੈਂ ਇਹਨਾਂ ਦੀ ਮਦਦ ਕਰਾਂਗਾ 100%। ਮੈਨੂੰ ਮਦਦ ਕਰਨੀ ਚਾਹੀਦੀ, ਜੇ ਨਹੀਂ ਕਰਨੀ ਚਾਹੀਦੀ ਗਿਵ ਮੀ ਕਾਲ। ਇਟਸ ਵੈਰੀ ਸੀਰੀਅਸ ਇਸ਼ੂ। ਗਾਉਣ ਵਾਲੇ ਹੁੰਦੇ ਐਂਟਰਟੇਨਮੈਂਟ ਦਾ ਕੰਮ ਹੈ ਉਹਨਾਂ ਦਾ, ਐਂਟਰਟੇਨ ਕਰਨਾ, ਸਮਾਜ ਦੀਆਂ ਕ੍ਰਿਤੀਆਂ ਨੂੰ ਲੋਕਾਂ ਦੇ ਸਾਹਮਣੇ ਕਲਮਬੰਦ ਕਰਦਾ ਹੈ ਲਿਖਣ ਵਾਲਾ। ਜਿਸ ਤਰ੍ਹਾਂ ਬਲਜੀਤ ਬੜਾ ਅੱਛਾ ਰਾਈਟਰ ਹੈ, ਮੁੰਡਾ ਗਾਉਂਦਾ ਵੀ ਹੈ, ਔਰ ਹੋਰ ਵੀ ਬਹੁਤ ਸਾਰੇ ਗਾਇਕ ਨੇ ਸਾਡੇ ਇਲਾਕੇ ਵਿੱਚ। ਇੱਕ ਦਸਾਂਝ ਨੇ, ਇੱਕ ਸਭ ਤੋਂ ਪਹਿਲਾਂ ਮੈਂ ਦਸਾਂਝ ਨੂੰ ਵੀ ਸੱਦਿਆ, ਸਭ ਤੋਂ ਪਹਿਲਾਂ ਮੈਂ ਰਣਵੀਰ ਦਸਾਂਝ ਨੂੰ ਵੀ ਸੱਦਿਆ, ਔਰ ਹਰਮਨ ਨੂੰ ਵੀ ਸੱਦਿਆ, ਗਰੇਵਾਲ ਸਾਹਿਬ, ਕਿੰਨੇ ਲੋਕਾਂ ਨੇ ਬੀਜੇ ਰਿਜੈਕਟ ਨੂੰ ਸੱਦਿਆ ਸੀ, ਔਰ ਕਿੰਨੇ ਲੋਕਾਂ ਨੂੰ ਹੋਰ ਨੂੰ ਸੱਦਿਆ। ਔਰ ਕਈ ਤਾਂ ਫਿਰ ਮੇਰੇ ਘਰ ਆਣ ਕੇ ਮੇਰੀ ਜਰਾਬਾਂ ਵੀ ਸਾਫ਼ ਕਰਦੇ ਰਹੇ, ਧੋਂਦੇ ਰਹੇ। ਉਹ ਮੇਰੀ ਜਰਾਬ ਅੱਜ ਰਹਿ ਗਈ, ਇੱਕੋ ਹੀ, ਉਹ ਵੀ ਗੁਆਚੀ ਹੋਈ ਉਦੋਂ ਦੀ, ਧੋਤੀ ਹੋਈ, ਉਹ ਮੈਂ ਭੁੱਲ ਗਿਆ, ਸੌਰੀ। ਦਿਖਾ ਲੂੰਗਾ ਉਹ ਜਰਾਬ ਕਿਹੜੀ ਧੋਤੀ ਸੀ, ਤਾਂ ਉਹ ਵੀ ਨਿਕੰਮੇ ਨੇ ਉਹ ਵੀ ਪਾੜ ਦਿੱਤੀ ਧੋ ਕੇ। ਸੋ ਮਤਲਬ ਇੰਨਾ ਕਹਿੰਦਾ ਕਿ ਮੈਲ ਲਾਉਣੀ, ਜੇ ਕਿ ਮੈਲ ਹੈ ਨਹੀਂ ਸੀ, ਬਸ ਸ਼ੋਅ ਕਰਦਾ ਸੀ ਕਿ ਮੈਂ ਇੰਨੀ ਸੇਵਾ ਤੁਹਾਡੀ ਕਰ ਰਿਹਾ। ਖੈਰ ਮੈਂ ਵੀਜ਼ਾ ਲਵਾਤਾ ਸੀ ਉਸ ਬੱਚੇ ਨੂੰ, ਔਰ ਵੰਡਰਲੈਂਡ ਦੇ ਮਗਰ ਪੈ ਕੇ। ਵੰਡਰਲੈਂਡ ਦੇ ਸ਼ੋਅ ਦੇ ਵਿੱਚ ਹਰ ਆਰਟਿਸਟ ਦੀ ਤਮੰਨਾ ਸੀ। ਖੈਰ ਅਗਲੇ ਸਾਲ ਵੰਡਰਲੈਂਡ ਦਾ ਸ਼ੋਅ ਆਪਾਂ ਫਿਰ ਕਰਾ ਰਹੇ ਹਾਂ। ਐਨੀਵੇ, ਸੋ ਗੁਰਪ੍ਰੀਤ ਤੁਹਾਨੂੰ ਇਹ ਡਰਾਉਂਦਾ ਸੀਗਾ, ਡਰਾਉਂਦਾ ਹੈ? ਹਾਂਜੀ ਸਰ, ਡਰਾਉਣਾ ਹੀ ਤੁਸੀਂ ਕਹਿ ਸਕਦੇ। ਜਦੋਂ ਐਵੇਂ ਜਦੋਂ ਵੀ ਬੁਲਾਉਣਾ ਅਗਲੇ ਨੂੰ, ਬੁਲਾਉਂਦੇ ਆ ਤੇ 10-10 ਘੰਟੇ ਖੱਜਲ ਕਰਨਾ, ਚੰਡੀਗੜ੍ਹ ਆ ਜਾਓ, ਉੱਥੇ ਆ ਜਾਓ, ਕੁਝ ਲੜ ਫੇਰਾ ਬੁਲਾਉਣਾ ਹੀ 10-10। ਇੱਕ ਦਿਨ ਪਿੱਛੇ ਜੇ ਗਏ 10 ਘੰਟੇ ਭਾਈ ਰੱਖਿਆ ਸਾਨੂੰ। ਕਿੱਥੇ ਜਾ ਕੇ? ਸ਼ਾਮਾਂ, ਹਾਂਜੀ ਮੋਹਾਲੀ, ਤੇ ਗੱਡੀ 'ਚ ਅਸੀਂ ਵੇਟ ਕਰਦੇ ਰਹੇ, ਤੇ ਫੇਰ ਮਿਲਿਆ ਬਸ, ਫੇਰ ਵੀ ਆਹ ਹੀ ਨਹੀਂ ਜੀ, ਨਹੀਂ ਜੀ, ਨਹੀਂ। ਤੁਹਾਡੀ 2-4 ਜਾਣੇ ਨਾਲ ਲੈ ਕੇ ਥ੍ਰੈਟ ਦਿੱਤੀ, ਜਿੱਦਾਂ ਓਦਾਂ ਸਾਡੇ ਨਾਲ ਬੰਦਾ ਪੇਸ਼ ਹੁੰਦਾ ਜੀ, ਨਾਲੇ ਪੈਸੇ ਦਿੱਤੇ, ਨਾਲੇ ਅਗਲੇ ਨੂੰ ਥ੍ਰੈਟ ਦਿੰਦੇ ਆ। ਨੋ ਪ੍ਰੋਬਲਮ, ਡੋਂਟ ਵਰੀ ਦੈਟ। ਇਹ ਤੁਸੀਂ ਸਭ ਕੁਝ ਲਿਖਣਾ। ਮੈਂ ਇਹ ਇੱਕ ਤੁਹਾਡੇ, ਤੁਸੀਂ ਮੈਨੂੰ ਇੱਕ ਲੈਟਰ ਲਿਖਣੀ ਹੈ, ਤੇ ਮੈਂ CM ਸਾਹਿਬ ਤੇ DGP ਸਾਹਿਬ ਨੂੰ, ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ। ਅਸੀਂ ਇੱਕ ਹੈਲਪਲਾਈਨ ਰਨ ਕਰਦੇ ਹਾਂ। ਸੋ ਕਿਉਂਕਿ ਤੁਹਾਡਾ ਪੇਮੈਂਟ ਜਿਹੜੀ ਤੁਸੀਂ ਕਿਵੇਂ ਦਿੱਤੀ ਹੈ, ਤੁਹਾਡੇ ਕੋਲ ਪ੍ਰੂਫ ਹੈ ਪੇਮੈਂਟ ਦੇ? ਪੇਮੈਂਟ ਦੇ ਜੀ ਸਾਰੇ ਇਹਨਾਂ ਨੇ ਕੈਸ਼ ਹੀ ਮੇਰੇ ਕੋਲ ਲਈ ਆ ਜੀ ਪੇਮੈਂਟ। ਤੇ 3.5 ਲੱਖ ਰੁਪਇਆ ਇਹਨਾਂ ਨੇ, ਜਿਹੜਾ ਗੁਰਪ੍ਰੀਤ ਆ, ਉਹਨੇ ਆਪਣੇ ਕਿਸੇ ਦੇ ਬੈਂਕ ਅਕਾਊਂਟ 'ਚ ਪਵਾਇਆ ਸੀਗਾ ਜੀ, ਉੱਥੋਂ ਦਿੱਤੀ ਸੀ। ਚਲੋ ਗੁਰਪ੍ਰੀਤ ਨੇ ਪਵਾ ਤੇ, ਪਰ ਗੁਰਪ੍ਰੀਤ ਨੇ ਆਪ ਤਾਂ ਨਹੀਂ ਲਏ ਪੈਸੇ ਨਾ। ਗੁਰਪ੍ਰੀਤ, ਆਈ ਨੋ ਗੁਰਪ੍ਰੀਤ ਗੁਰਪ੍ਰੀਤ ਇਜ਼ ਨੋਟ, ਗੁਰਪ੍ਰੀਤ ਇਜ਼ ਗ੍ਰੇਟ ਬॉय। ਗੁਰਪ੍ਰੀਤ ਨੂੰ ਮੈਂ ਜਾਣਦਾ, ਉਹ ਬੜਾ ਅੱਛਾ ਮੁੰਡਾ ਆ, ਔਰ ਇਹੋ ਜਿਹਾ ਗਲਤ ਨਹੀਂ ਕਰਦਾ, ਮਿਹਨਤ ਕਰਨ ਵਾਲਾ ਗੁਰਪ੍ਰੀਤ ਹੈ। ਗੁਰਪ੍ਰੀਤ ਨੂੰ ਅਸੀਂ ਸਲਾਮ ਕਰਦੇ ਹਾਂ। ਸੋ ਕਸੂਰ ਜਿਹੜਾ ਹੈ ਇਸ ਗਾਇਕ ਦਾ ਹੈ, ਤੇ ਹੁਣ ਤੁਹਾਨੂੰ ਡਰਾਉਂਦਾ ਆਇਆ ਬੰਦੇ। ਤੁਸੀਂ ਸਾਰਾ ਕੁਝ, ਤੁਸੀਂ ਕੋਈ ਕੰਪਲੇਂਟ ਲਿਖੀ ਇਹਦੇ ਬਾਰੇ ਤੇ ਨਹੀਂ ਲਿਖੀ ਹਾਲੇ? ਸਰ ਬਸ ਲਿਖੀ ਪਈ ਹੈ ਜੀ, ਬਸ ਏਦਾਂ ਹੀ ਇਹ ਹੀ ਹੈ ਜੀ। ਸਾਨੂੰ ਜੇ ਕੰਪਲੇਂਟ ਦੇਤੀ ਗਾ, ਇਹਨਾਂ ਦਾ ਲਿੰਕ ਜਿੱਦਾਂ ਹੈਗੇ ਗਾ, ਥ੍ਰੈਟ ਦਿੰਦੇ ਆ ਜੀ ਗਾ। ਸਾਡੇ ਪਰਿਵਾਰ ਹੈਗਾ, ਇਹਨਾਂ ਨੇ ਕਹਿਣਾ ਜੀ, ਇਹਨਾਂ ਨੇ ਕਿਹੜਾ ਆਪ ਕੁਝ ਕਰਨਾ ਕਿਸੇ ਕੋ ਕੁਝ। ਨਾ ਤੁਸੀਂ ਭੁੱਲ ਜਾਓ ਇਸ ਚੀਜ਼ ਨੂੰ। ਇਦਾਂ ਅਸੀਂ ਰੋਜ਼ ਸਟੋਰੀਆਂ ਕਵਰ ਕਰਦੇ ਹਾਂ, ਸਾਨੂੰ ਥ੍ਰੈਟ ਕਰਦੇ ਨੇ। ਅਸੀਂ ਫਿਰ ਜਦ ਥ੍ਰੈਟ ਕਰਦੇ ਤੇ ਫਿਰ ਪੁਲਿਸ ਦਾ ਸਹਾਰਾ ਲਈਦਾ, ਕਾਨੂੰਨ ਦਾ, ਔਰ ਅਸੀਂ ਕਾਨੂੰਨ ਦਾ ਸਹਾਰਾ ਲੈਂਦੇ ਹਾਂ। ਡੋਂਟ ਵਰੀ ਅਬਾਊਟ ਇਟ। ਫਿਰ ਇਹਨਾਂ ਨੇ ਬੇਇੱਜ਼ਤੀ ਵੀ ਲੋਕਾਂ ਦੀ ਹੁੰਦੀ ਹੈ, ਫਿਰ ਪ੍ਰੈਸ ਵੀ ਬੇਇੱਜ਼ਤੀ ਕਰਦਾ। ਦੁਨੀਆ ਦੀ ਪ੍ਰੈਸ ਜਿਹੜੀ ਹੈ, ਮੀਡੀਆ ਬੜਾ ਸਟਰੋਂਗ ਹੈ, ਉਹ ਬੇਇੱਜ਼ਤੀ ਕਰਦਾ। ਫਿਰ ਤੁਹਾਨੂੰ ਜਦ ਸਵਾਲ ਕਰੋਗੇ, ਗਲਤ ਐਲੀਗੇਸ਼ਨ ਲਾਓਗੇ, ਉਹ ਤੁਹਾਨੂੰ ਪੁੱਛਦੇ ਕਿ ਕਿਵੇਂ, ਕਿਸ ਤਰ੍ਹਾਂ, ਤਾਂ ਫਿਰ ਇਹਨਾਂ ਦੇ ਕੱਪੜੇ ਲਿਬੜ ਜਾਂਦੇ। ਫਿਰ ਫਿਕਰ ਨਾ ਕਰੋ, ਥ੍ਰੈਟ ਨਹੀਂ ਕਰ ਸਕਦੇ। ਮੈਂ ਤੁਹਾਨੂੰ ਵਾਅਦਾ ਕਰਦਾ, ਕੋਈ ਤਾਕਤ ਨਹੀਂ ਦੁਨੀਆ ਦੀ। ਸਭ ਤੋਂ ਵੱਡਾ ਕਾਨੂੰਨ ਹੈ, ਔਰ ਪੰਜਾਬ ਦੇ DGP ਔਰ ਜਲੰਧਰ ਦੇ SSP ਸਾਹਿਬ ਜਿਹੜੇ ਨੇ, ਔਰ ਤੁਸੀਂ ਦੇਖੋਗੇ ਕੱਲ ਨੂੰ ਐਪਲੀਕੇਸ਼ਨ ਲੈ ਕੇ ਜਾਊਂਗੇ, ਤੁਸੀਂ ਲਿਖ ਲਓ, ਕੱਲ ਨੂੰ ਮੈਂ ਤੁਹਾਨੂੰ ਪਰਸਨਲ ਡੇਟ ਲੈ ਕੇ ਦਿੰਦਾ, ਔਰ ਰਾਈਟ ਵੇ ਕਾਰਵਾਈ ਕਰਨਗੇ। SSP ਗ੍ਰੇਟ ਪਰਸਨ ਨੇ, ਔਰ ਤੁਹਾਡੇ ਡਿਪਟੀ ਸਾਹਿਬ ਨਾਲ ਮੈਂ ਗੱਲ ਕਰਦਾ, ਪਰ SSP ਨੇ ਆਪੇ ਮਾਰਕ ਕਰਕੇ ਭੇਜ ਦੇਣਾ, ਤਾਂ ਤੁਸੀਂ ਦੇਖੋਗੇ ਕਿੰਨੇ ਸਮ ਵਿੱਚ ਤੁਹਾਡਾ ਹੱਲ ਹੁੰਦਾ ਹੈ, ਭੱਜੂਗਾ। ਔਰ ਹੋ ਸਕਦਾ ਕਿ ਹਾਂ ਇਹ ਭੱਜ ਕੇ ਕੱਪੜੇ ਸਾਰਾ ਕੁਝ ਬੜੀਆਂ ਜੀ ਕੋਲ ਆਉਣ ਸਰ। ਇਹ ਆਪ ਵੱਡੀਆਂ ਗੱਡੀਆਂ ਤੇ ਝੂਟਦੇ ਆ ਜੀ, ਤੇ ਜੇ ਆਪ ਅਸੀਂ ਬਸ ਜੇ ਇਹਨਾਂ ਦੀ ਗਾਂ ਕਿਸੇ ਕਮੈਂਟ ਵੀ ਕਰ ਦਈਏ ਫੇਸਬੁੱਕ ਜਾਂ, ਤੇ ਉਹ ਅਗਲੇ ਨੂੰ ਕਹਿੰਦੇ ਤੁਸੀਂ ਸਾਡੇ ਕਮੈਂਟ ਵੀ ਕਿੱਦਾਂ ਕੀਤਾ। ਕਈ ਵਾਰ ਕਿੰਨੀ ਹਾਈਟ ਹੈ ਸਰ? ਮੇਰੀ ਤੇ ਹਾਈਟ 6 ਫੁੱਟ ਹੈ ਜੀ। ਗੁਰਪ੍ਰੀਤ ਤੂੰ 6 ਫੁੱਟ ਹੈ, ਨੌਜਵਾਨ ਮੁੰਡਾ ਹੈ, ਦੁਆਬੇ ਦਾ ਮੁੰਡਾ, ਜੇ ਕਮਾਲ ਦੀ ਗੱਲ ਹੈ। ਯੂ ਡੋਂਟ ਵਰੀ ਅਬਾਊਟ ਇਟ। ਔਰ ਕਮਿਊਨਿਟੀ ਦੇ ਨਾਲ ਖੜੀ ਹੈ, ਕਾਨੂੰਨ ਤੇਰੇ ਨਾਲ ਹੈ, ਪੰਜਾਬ ਦੀ ਪੁਲਿਸ ਤੇਰਾ ਸਾਥ ਦੇਵੇਗੀ। ਉਹ ਲੈ ਮਾਈ ਗॉड, ਆਹ ਦੇਖ ਲਓ, ਆਹ ਜਰਾਬ, ਆਹ ਮੇਰੀ ਜਰਾਬ ਤੋਂ ਹੁੰਦਾ ਸੀ, ਆਹ ਜਰਾਬ ਤੋਂ ਹੁੰਦਾ ਸੀ। ਆਹ ਆਰਟਿਸਟ ਜਿਹਨੂੰ ਮੈਂ ਵੀਜ਼ਾ ਦਵਾਇਆ ਸੀ ਕੈਨੇਡਾ ਦਾ, ਮੇਰੀ ਮਿਹਨਤ ਕਰਨੀ ਆਣ ਕੇ। ਆਹ ਸੌਕਸ ਜਿਹੜੀ ਆ, ਇਹਨੇ ਇੱਕ ਪਾੜ ਦਿੱਤੀ ਤੇ ਇੱਕ ਆਹ ਇਸ ਦਾ ਰੰਗ ਕਰ ਦਿੱਤਾ ਇਹਨੇ, ਬਰੀਚ ਪਾ ਕੇ ਉੱਥੇ ਇੰਡੀਆ 'ਚ ਬਰੀਚ ਐਕਸਟਰਾ ਪਾਤਾ ਇਹਨੇ। ਸੋ ਆਈ ਐਮ ਥਰੋਇੰਗ ਦਿਸ ਵਨ। ਸੋ ਇਹ ਮੇਰੀ ਜਰਾਬਾਂ ਧੋਣੀਆਂ, ਮੇਰੀਆਂ ਤਲੀਆਂ 'ਚ
ਕਹਿੰਦੇ ਚਟਣੀਆਂ, ਫਿਰ ਸਾਡੇ ਇੱਥੇ ਤੱਕ ਕਿ ਬਰੂਮ ਵੀ ਭਾਂਡੇ ਚੁੱਕੀ ਰੱਖਣੇ ਕਿਚਨ 'ਚ। ਮੈਂ ਕਹਿੰਦਾ ਤੂੰ ਨਾ ਕਰ। ਮੇਰੀ ਮਦਰ ਨੇ ਕਹਿਣਾ ਕਿ ਮੁੰਡਾ ਗਾਉਣ ਵਾਲਾ ਤੇ ਇਦਾਂ ਕਿਉਂ ਕਰਦਾ ਹੈ? ਮੈਂ ਕਿਹਾ ਕਹਿੰਦੀ ਪੁੱਛਣਾ ਬੇਟਾ ਕਿ ਇਹਨੂੰ ਇਹ ਵੰਡਰਲੈਂਡ ਚਾਹੁੰਦਾ ਨਾ ਕਿ ਮੈਨੂੰ ਲੈ ਜਾ ਨਾਲ। ਮੈਂ ਹੱਸ ਪਿਆ। ਕਹਿੰਦੀ ਸੱਚ ਦੱਸ ਕਿ ਮੈਂ ਆਪਣੀ ਮਾਂ ਦੇ ਵਿੱਚ ਝੂਠ ਨਹੀਂ ਬੋਲ ਸਕਦਾ ਨਾ ਤੁਸੀਂ ਬੋਲਦੇ ਹੋ। ਮੈਂ ਕਿਹਾ ਬੀਜੀ ਇਦਾਂ ਹੀ ਆ। ਕਹਿੰਦੀ ਕੋਹੇ ਲੈ ਕੇ ਜਾਣਾ ਵੰਡਰਲੈਂਡ 'ਚ, ਜਿਹੜਾ ਬੰਦਾ ਵਾਪਸ ਵੀ ਆਵੇ ਤੇ ਜਿਹੜਾ ਗਾਇਕ ਹੋਵੇ। ਹਾਂ, ਇਹਦੇ ਵਿੱਚ ਇੱਕ ਸ਼ਰਤ ਰਹੀ ਆ, ਜਦ ਮੈਂ ਸੱਦਿਆ ਵਾਪਸ ਜ਼ਰੂਰ ਆਇਆ ਇਹ ਮੈਂ ਸ਼ਾਬਾਸ਼ ਦਿੰਦਾ, ਲੁਕਿਆ ਨਹੀਂ, ਇਹ ਆ ਗਿਆ ਵਾਪਸ। ਇਹਨੂੰ ਆਉਣਾ ਪੈਣਾ ਸੀ, ਕੋਈ ਮਿਨਿਸਟਰੀ ਪਰਮਿਟ ਸੀਗਾ। ਮੈਂ ਲੈ ਕੇ ਤਾਂ ਕਿੰਨੀ ਵਾਰ ਰਿਜੈਕਟ ਹੋਇਆ ਸੀਗਾ, ਪਰ ਮੇਰੀ ਜਰਾਬ ਦਾ ਨੁਕਸਾਨ ਕਰਿਆ ਇਹ। ਆਈ ਪੁੱਟ ਇਨ ਡਸਟਬਿਨ 'ਚ। ਮਾਈ ਗॉड, ਤੇਰੇ ਤਾਂ 45 ਲੱਖ ਤੇ ਮੇਰੀ ਇਹ 45 ਕਿੰਨੇ ਦੀ ਹੋ ਗਈ ਹੁਣ ਸੌਕਸ, ਉਹ ਖਰਾਬ ਕਰਿਆ ਇਹ। ਸੋ ਐਨੀਵੇ, ਸੋ ਲੋਕ ਸਮਝਦੇ ਨੇ, ਸਮਝੇ ਡੋਂਟ ਵਰੀ। ਇਹ ਤੁਹਾਨੂੰ ਡਰਾ ਨਹੀਂ ਸਕਦੇ। ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਆ। ਸਾਡੇ ਪੰਜਾਬ ਦੇ ਆਨਰੇਬਲ ਡੀਜੀਪੀ ਅਤੇ ਪੰਜਾਬ ਦੇ ਸਾਡੇ ਆਨਰੇਬਲ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਲੈਟਰ ਮੈਂ ਲਿਖੂੰਗਾ ਇੱਥੋਂ ਕਿ ਮੈਂ ਸਟੋਰੀ ਨੂੰ ਕਵਰ ਕੀਤਾ ਹੈ, ਬਾਕੀ ਮੀਡੀਆ ਨੂੰ ਮੈਂ ਭੇਜਾਂਗਾ। ਔਰ ਇਹ ਜਿਹੜੇ ਨਾ ਹੀਰਾਫੇਰੀ ਕਰਦੇ ਆ, ਫਿਰ ਡਰਾਉਂਦੇ ਆ, ਇਹ ਸਭ ਹਟ ਜਾਣਗੇ, ਫਿਕਰ ਨਾ ਕਰੋ, ਇਹ ਸਭ ਹਟਣਗੇ। ਔਰ ਮੈਂ ਵੀ ਇੱਕ ਸਟੋਰੀ ਨੂੰ ਕਵਰ ਕਰ ਰਿਹਾ, ਔਰ ਉਹ ਵੀ ਇੱਕ ਸਟੋਰੀ ਆ। ਨਗਰ ਨਿਗਮ ਵਿੱਚ ਵਿਅਕਤੀ ਕੰਮ ਕਰਦਾ ਆ, ਫੇਕ ਕੋਈ ਡਿਗਰੀਆਂ ਆ, ਔਰ ਗਲਤ ਪਰਚੀਆਂ ਲੈ ਕੇ ਗੱਡੀਆਂ ਵਿੱਚ ਆਪ ਪੈਸੇ ਜਿਹੜੇ ਪੈਂਦੇ ਨੇ ਪਰਚੀਆਂ ਲੈ ਕੇ ਤੇ ਪੈਟਰੋਲ ਪਾਉਂਦੇ ਰਿਹਾ। ਤੇ ਜਿਹੜੇ ਟਰੈਕਟਰ ਆ ਉਹ ਉਹਨਾਂ ਕੋਈ ਜਾਨ ਵੀ ਹੈ ਨਹੀਂ, ਇੰਜਨ ਵੀ ਹੈ ਨਹੀਂ ਹੈ, ਉਹਨਾਂ ਤੇ ਪੇਪਰਾਂ 'ਚ ਕਾਰਵਾਈ ਕਰਦੇ ਰਹੇ, ਫੜ ਵੀ ਹੋ ਗਿਆ ਉਹ। ਹੁਣ ਦੇਖੋ ਕੋਈ ਜੇਲ੍ਹ ਜਾਣਾ ਪੈਣਾ, ਪੈਸੇ ਵਾਪਸ ਸਰਕਾਰ ਲਊਗੀ। ਔਰ ਚੰਗੇ ਨਾਗਰਿਕ ਬਣੋ, ਇਹੋ ਜਿਹੇ ਲੋਕਾਂ ਦਾ ਪਰਦਾ ਫਾਸ਼ ਕਰੋ। ਐਨੀਵੇ, ਤੁਹਾਡਾ ਪਿੰਡ ਕੋਠੇ ਪਿੰਡ ਹੈ, ਤੁਹਾਡੇ ਪਿੰਡ ਦੇ ਨਾਲ ਕਿਹੜਾ ਪਿੰਡ ਹੈ ਹੋਰ? ਸਰ ਕੰਗ ਖੁਰਦ ਆ ਜੀ। ਕੰਗ ਖੁਰਦ ਦੇ ਨਾਲ ਪਿੰਡ ਹੈ, ਕੋਠੇ ਪਿੰਡ। ਤੁਸੀਂ ਤੁਹਾਨੂੰ ਇੱਥੇ ਪਿਆਰ ਨਾਲ ਹੈਪੀ ਕਹਿੰਦੇ ਆ, ਅਮਰਤ? ਹਾਂਜੀ ਸਰ। ਸੋ ਤੁਹਾਡੇ ਬ੍ਰਦਰ ਇੱਥੇ ਹੈ, ਮੰਨਾ? ਹਾਂਜੀ। ਆਈ ਸੀ। ਸੋ ਤੁਸੀਂ ਆਪਣੀ ਕੋਠੀ ਵੇਚ ਕੇ ਪੈਸੇ ਦਿੱਤੇ, ਫਨ ਵਿੱਚ ਲਾਏ ਆ, ਤੇ ਹੁਣ ਤੁਹਾਨੂੰ ਪੈਸਾ ਨਹੀਂ ਦੇ ਰਿਹਾ ਹੈ। ਨਹੀਂ। ਵੈਰੀ ਸੈਡ ਪਾਰਟ। ਹੁਣ ਮੈਂ ਸਟੋਰੀ ਡਿਪਰੈਸ਼ਨ ਜੀ, ਉਦੋਂ ਚਲ ਗਏ ਡਿਪਰੈਸ਼ਨ 'ਚ। ਇਦਾਂ ਦੇ ਕੀ ਬੰਦਾ ਕਰੂ? ਘਰ ਦੇ ਵੀ ਮੈਨੂੰ ਸਦਾ ਹੀ ਬੋਲਦੇ, ਨਾ ਮੈਂ ਘਰਦਿਆਂ ਨੂੰ ਦੱਸਣਾ, ਬਸ ਇਹੀ ਹਾਰ ਕੇ ਜੀ ਹੁਣ ਬਸ ਕੋਈ ਰਾਹ ਨਹੀਂ ਲੱਭਦਾ ਜੀ। ਨੋ ਪ੍ਰੋਬਲਮ, ਅਸੀਂ ਰਾਹ ਆ, ਅਸੀਂ ਤੁਹਾਡੇ ਨਾਲ ਖੜਾਂਗੇ, ਔਰ ਅਸੀਂ ਸੱਚ ਦੇ ਨਾਲ ਖੜੇ ਆ। ਹੁਣ ਮੈਂ ਉਸ ਕਲਾਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਹੁਣ ਪੁੱਤ ਭੱਜ ਕਿੱਧਰ ਭੱਜਦਾ ਆ? ਹੁਣ ਦੱਸ, ਤੇਰੇ ਸਾਹਮਣੇ ਸਬੂਤ ਲਿਆਂਦਾ ਕਿ ਜਿਸ ਬੰਦੇ ਨੇ ਪੈਸੇ ਦੇਣ ਲੈ ਕੇ ਆਇਆ ਨਾ, ਸਬੂਤ ਜੋਗਿੰਦਰ ਬਾਸੀ ਲੈ ਕੇ ਆਇਆ ਨਾ ਸਬੂਤ, ਜਿਹੜੇ ਪੈਸੇ ਦੇਣੇ ਆ। ਔਰ ਹੋਰ ਵੀ ਪ੍ਰੂਫ ਹੈਗੇ, ਪੈਸੇ ਕਰੋ ਦਿੱਤੇ ਕਿ ਦਿੱਤੇ, ਬਾਕੀ ਦੇ ਪ੍ਰੂਫ ਜਿਹੜੇ ਆ ਉਹ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਇੱਥੇ। ਹੁਣ ਦੱਸ ਕਿਹੜਾ ਸਹਾਰਾ ਲਊਂਗਾ ਅੱਜ ਤੋਂ? ਪੁਲਿਸ ਡਿਪਾਰਟਮੈਂਟ ਜਿਹੜਾ ਹੈ ਉਹ ਹਮੇਸ਼ਾ ਹੀ ਕਾਨੂੰਨ ਦੇ ਮੁਤਾਬਕ ਕੰਮ ਕਰਦਾ, ਔਰ ਪੁਲਿਸ ਇਹਦੇ ਕਹੇ ਕੰਮ ਨਹੀਂ ਕਰੂਗੀ, ਕਾਨੂੰਨ ਦੇ ਮੁਤਾਬਕ ਕੰਮ ਕਰੂਗੀ। ਨਾ ਮੇਰੇ ਕਹੇ, ਨਾ ਹਰਪ੍ਰੀਤ ਤੇਰੇ ਕਹੇ, ਇਹ ਕਾਨੂੰਨ ਜਿਹੜੀ ਬਣਦੀ ਕਾਰਵਾਈ ਹੋਊਗੀ ਇਹਦੇ ਉੱਪਰ। ਵੱਡੇ ਵੱਡੇ ਲੋਕ ਜੇਲ੍ਹ ਜਾਂਦੇ ਨੇ, ਆਮ ਤੌਰ ਤੇ ਲੋਕਾਂ ਨੂੰ ਹੈਂਡਕਫ ਲੱਗਦੇ ਆ, ਹੋ ਸਕਦਾ ਕਿ ਇਹਦੇ ਬੇੜੀਆਂ ਲਾਉਣ ਭੱਜ ਨਾ ਜਾਵੇ ਕਿਤੇ। ਔਰ ਮੈਂ ਟੈਲੀਕਾਸਟ ਕਰਾਂਗਾ, ਉਦੋਂ ਦੂਰ ਨਹੀਂ ਹੈ। ਮੈਂ ਕੀਤਾ ਵੀ ਟੈਲੀਕਾਸਟ, ਇੱਕ ਵਿਅਕਤੀ ਕੈਨੇਡਾ ਤੋਂ ਗਿਆ ਸੀ ਤਾਂ ਉਹਦੇ ਮੱਛਰ ਲੜਦਾ ਸੀਗਾ, ਕਹਿੰਦੇ ਮੈਨੂੰ ਫੜ ਕੇ ਦਿਖਾ ਲਈ, ਕੋਈ ਮੈਨੂੰ ਮਿਨਿਸਟਰ ਜਾਣਦਾ ਤੇ ਮੈਨੂੰ ਡੀਐਸਪੀ ਜਾਣਦਾ। ਮੈਂ ਕਿਹਾ ਡੋਂਟ ਵਰੀ ਅਬਾਊਟ ਇਟ। ਦਿੱਲੀ ਤੋਂ ਪੁਲਿਸ ਫੜ ਕੇ ਲਿਆਈ ਸੀ, 2 ਮਹੀਨੇ ਪਹਿਲਾਂ ਟੈਲੀਵਿਜ਼ਨ ਦਿਖਾਇਆ, ਮੈਂ ਚੀਕਾਂ ਮਾਰਦਾ ਸੀ। ਹੁਣ ਇਹ ਚੀਕਾਂ ਦੁਨੀਆ ਸੁਣ ਗਈਆਂ। ਮੈਨੂੰ ਅਫਸੋਸ ਹੈ, ਔਰ ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ। ਹਾਂਜੀ ਸਰ। ਤੁਸੀਂ ਇੱਕ ਐਪਲੀਕੇਸ਼ਨ ਡਰਾਫਟ ਕਰੋ, ਇੱਕ ਵਕੀਲ ਦੇ ਕੋਲ ਜਾ ਕੇ ਐਪਲੀਕੇਸ਼ਨ ਲਿਖਾਓ, ਔਰ ਤੁਸੀਂ ਸੱਚ ਕਹਿਣਾ ਜਿੰਨੇ ਪੈਸੇ ਦਿੱਤੇ ਆ, ਕਿਵੇਂ ਦਿੱਤੇ ਆ, ਜੋ ਵੀ ਹੈ। ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੀ ਮਦਦ ਮੈਂ ਕਰੂੰਗਾ। ਜੇ ਮੈਂ ਮਦਦ ਕਰ ਰਿਹਾ, ਸਭ ਕੈਨੇਡੀਅਨ ਦੁਨੀਆ ਮਦਦ ਕਰ ਰਹੀ ਹੈ, ਔਰ ਕਿੰਨੇ ਲੱਖਾਂ ਮਿਲੀਅਨਸ ਲੋਕ ਮੈਨੂੰ ਵਾਚ ਕਰਦੇ ਨੇ, ਮੇਰੇ ਤੇ ਵਿਸ਼ਵਾਸ ਕਰਦੇ ਨੇ। ਠੀਕ ਹੈ ਜੀ। ਔਰ ਸਾਰੇ ਲੋਕ ਤੇਰੀ ਮਦਦ ਕਰਨਗੇ ਬੇਟਾ। ਔਰ ਜਿਸਨੇ ਕੋਠੀ ਵੇਚ ਕੇ 42 ਲੱਖ ਖਰਚ ਦਿੱਤਾ ਹੋਵੇ, ਕਿੰਨੇ ਸਾਲ ਹੋ ਗਏ ਹੁਣ ਤੀ? ਸਰ ਜੀ 5 ਸਾਲ ਹੋ ਗਏ ਜੀ। 5 ਸਾਲ ਹੋ ਗਏ ਖਰਚ ਦਿੱਤੇ ਪੈਸੇ, ਔਰ ਇਸ ਖਰਚ ਨੇ ਜਿਹੜੇ ਆ ਖਰਚ ਲਏ ਆ ਜਾਂ ਕੀ ਕੀਤਾ ਆ, ਹੁਣ ਡਰਾਉਂਦਾ ਐ, ਇਹਨੂੰ ਧਮਕਾਉਂਦਾ ਆ। ਡਰਾਉਂਦਾ ਕੀ ਹੈ ਕਿ ਮੈਨੂੰ ਕੋਈ ਬਹੁਤ ਵੱਡੀ ਅਥਾਰਟੀ ਜਾਣਦੀ, ਇਦਾਂ ਮੈਨੂੰ ਉਹ ਜਾਣਦਾ, ਗੈਂਗਸਟਰ ਮੈਨੂੰ ਉਹ ਜਾਣਦਾ ਜੀ ਇਦਾਂ। ਅੱਛਾ, ਇਹ ਗੈਂਗਸਟਰ ਦਾ ਨਾਮ ਵੀ ਲੈਂਦਾ ਆ। ਵੈਰੀ ਗੁੱਡ। ਇਹ ਹੁਣ ਹੋਰ ਫਸੂਗਾ, ਇਹ ਹੋਰ ਫਸੂਗਾ। ਗੈਂਗਸਟਰ ਦਾ ਜਿਹੜਾ ਨਾਂ ਲੈਂਦਾ, ਪੁਲਿਸ ਅਫਸਰ ਸਾਹਿਬਾਨ ਦੱਸਣਾ ਇਹ ਸਾਰੀਆਂ ਗੱਲਾਂ। ਪੁਲਿਸ ਦੇ ਕੋਲ ਬਿਲਕੁਲ ਝੂਠ ਨਹੀਂ ਬੋਲਣਾ।
ਸੋ ਹੋ ਸਕਦਾ ਕਿ ਠੀਕ ਮੈਂ ਹੈ ਤੁਹਾਡੀ ਸਰ, ਡਾਇਰੈਕਟਰ ਮੈਂ ਡੀਜੀਪੀ ਸਾਹਿਬ ਨਾਲ ਮੈਂ ਤੁਹਾਡੀ ਮੈਂ ਮੁਲਾਕਾਤ ਕਰਾਵਾਂ, ਪਰ ਐਸਐਸਪੀ ਸਾਹਿਬ ਹੀ ਹੈਂਡਲ ਕਰਨਗੇ, ਨਹੀਂ ਤਾਂ ਮੈਂ ਸੀਐਮ ਸਾਹਿਬ ਦੇ ਕੋਲ ਤੁਹਾਨੂੰ ਪਹੁੰਚਾਵਾਂਗਾ। ਤੁਸੀਂ ਜਾਓਗੇ ਕਿਉਂਕਿ ਸੀਐਮ ਸਾਹਿਬ ਦੇ ਲੋਕ ਉਹ ਜਾ ਸਕਦੇ ਨੇ ਜਿਹੜੇ ਕ੍ਰਿਮੀਨਲ ਨਹੀਂ ਹੈ। ਜਿਹੜੇ ਲੋਕ ਕ੍ਰਿਮੀਨਲ ਹੈ ਸੀਐਮ ਸਾਹਿਬ ਉਹਨਾਂ ਨੂੰ ਕੋਠੀ 'ਚ ਨਹੀਂ ਬਣ ਦਿੰਦੇ, ਉਹਨਾਂ ਦੀ ਸਿਕਿਉਰਿਟੀ ਡਿਪਾਰਟਮੈਂਟ ਚੈੱਕ ਕਰਦੇ ਆ ਕਿ ਬੰਦੇ ਨੇ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਹੋਇਆ, ਪਹਿਲਾਂ ਚਾਰਜ ਤਾਂ ਨਹੀਂ ਹੋਇਆ। ਉਹ ਲੋਕਾਂ ਨੂੰ ਬਣ ਨਹੀਂ ਦਿੰਦੇ ਕਿਉਂਕਿ ਸਿਕਿਉਰਿਟੀ ਸਿਸਟਮ ਹੈ। ਸਾਡੇ ਵੀ ਕੈਨੇਡਾ ਵਿੱਚ ਇਹੀ ਆ ਕਿ ਜਿਹੜੇ ਲੋਕ ਜਦੋਂ ਕਿਸੇ ਵੀ ਟਰੱਪ ਤੇ ਜਾਂਦੇ ਨੇ, ਕਿਉਂਕਿ ਮੈਨੂੰ ਤਾਂ ਪਤਾ ਹੈ ਕਿਉਂਕਿ ਸਤਪਾਲ ਜੌਲ ਜੀ ਨੂੰ ਬਖਸ਼ ਦਿੰਦਾ ਕਿ ਜੌਲ ਸਾਹਿਬ ਸਾਡੇ ਮੀਡੀਆ ਵਿੱਚੋਂ ਸੀਐਮ ਸਾਹਿਬ ਦੇ ਨਾਲ ਹਮੇਸ਼ਾ ਵਿਜ਼ਿਟ ਕਰਦੇ ਨੇ ਔਰ ਜਾਂਦੇ ਨੇ, ਹਰ ਮੁਲਕ ਵਿੱਚ ਜਾਂਦੇ ਨੇ, ਔਰ ਸਿਕਿਉਰਿਟੀ ਸਿਸਟਮ ਹੁੰਦਾ ਮੈਨੂੰ ਦੱਸਿਆ ਉਹਨਾਂ ਨੇ, ਔਰ ਹਰ ਦੇਸ਼ ਦਾ ਸਿਕਿਉਰਿਟੀ ਸਿਸਟਮ ਹੈ, ਉਹਨਾਂ ਨੂੰ ਅਲਾਉ ਹੁੰਦਾ ਹੈ। ਔਰ ਤੁਸੀਂ ਡੋਂਟ ਵਰੀ, ਮੈਂ ਹੁਣ ਤੁਹਾਡੇ ਤੋਂ ਆਗੇ ਲੈਂਦਾ, ਤੁਹਾਡੇ ਨਾਲ ਮੈਂ ਵਾਅਦਾ ਕਰਦਾ ਔਰ ਤੁਸੀਂ ਮੈਨੂੰ ਵਾਅਦਾ ਕਰੋ ਕਿ ਕੱਲ ਨੂੰ ਤੁਸੀਂ ਆਪਣੀ ਐਪਲੀਕੇਸ਼ਨ ਡਰਾਫਟ ਕਰੋਗੇ ਤਾਂ ਅਸੀਂ ਤੁਹਾਨੂੰ, ਹਾਂਜੀ ਕੁਝ ਕਹਿਣਾ ਚਾਹੁੰਦੇ ਹੋ ਸਿੱਧੂ ਸਾਹਿਬ? ਬੋਲ ਕੇ ਦੱਸੋ ਨਾ ਕੀ ਕਰਨਾ ਚਾਹੁੰਦੇ, ਕੁਝ ਕਾਲ? ਹਾਂਜੀ ਸਰ, ਇਹ ਅੱਗੇ ਮੈਂ ਤੁਹਾਨੂੰ ਦੱਸਣਾ ਸੀ, ਮੈਂ ਇਹਨਾਂ ਦੇ 1-2 ਵਾਰ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਮਿਲਿਆ, ਦੂਸਰੀ ਵਾਰ ਜੀ ਸਾਨੂੰ ਫੇਰ ਤੁਸੀਂ ਮੇਰੇ ਫਾਦਰ ਨੂੰ ਕਿਉਂ ਮਿਲੇ ਜੀ, ਮੇਰੇ ਫਾਦਰ ਨੇ ਕੀ ਕੀਤਾ, ਉਹ ਇਦਾਂ ਹੀ ਅਗਲੇ ਨੂੰ ਬਸ ਥ੍ਰੈਟ ਦੇਣੇ, ਹੁਣ ਤੁਸੀਂ ਕੀ ਕਰ ਲਓਗੇ। ਅੱਛਾ ਤੁਸੀਂ ਏਦਾਂ ਕਰੋ, ਇਹ ਕੰਮ ਕਰੋ, ਆਫਟਰ ਆਲ ਤੁਸੀਂ ਚੰਗੇ ਦੋਸਤ ਰਹੇ ਹੋ, ਮੈਂ ਚਾਹੁੰਦਾ ਕਿ ਐਜ ਏ ਇਨਸਾਨੀ ਤੌਰ ਤੇ ਤੁਸੀਂ 15-20-25 ਬੰਦੇ ਇਕੱਠੇ ਹੋ ਕੇ ਵਿਦ ਰਿਸਪੈਕਟ ਪਿੰਡ ਦੀ ਪੰਚਾਇਤ ਕੋਲ ਜਾਓ ਇੱਕ ਵਾਰ ਮੇਰੇ ਕਹਿਣ ਤੇ। ਪੰਚਾਇਤ ਤੋਂ ਜਾਣ ਤੋਂ ਪਹਿਲਾਂ ਸੁਣੋ ਗੱਲ, ਪੰਚਾਇਤ ਜਾਣ ਤੋਂ ਪਹਿਲਾਂ ਜਿਹੜਾ ਉੱਥੇ ਲੋਕਲ ਐਸਐਚਓ ਆ ਜਾਂ ਐਸਐਸਪੀ ਆ, ਦੱਸੋ ਕਿ ਜੀ ਅਸੀਂ ਇਸ ਕੰਮ ਲਈ ਜਾਣਾ ਚਾਹੁੰਦੇ ਆ ਔਰ ਜਾ ਕੇ ਅਸੀਂ ਪੰਚਾਇਤ ਨਾਲ ਗੱਲ ਕਰਨੀ, ਸਾਡੀ ਇੰਨੀ ਪੇਮੈਂਟ ਬਣਦੀ ਤੇ ਸਾਨੂੰ ਆਗਿਆ ਦਿਓ। ਤਾਂ ਫਿਰ ਉੱਥੋਂ ਦੀ ਪੁਲਿਸ ਡਿਪਾਰਟਮੈਂਟ ਪੁਲਿਸ ਵਾਲੇ ਨਾਲ ਭੇਜੂਗਾ ਤਾਂ ਕਿ ਕੋਈ ਖੱਪ ਨਾ ਕਰ ਸਕੇ ਤੁਹਾਡੇ ਨਾਲ, ਤੇ ਪੰਚਾਇਤ ਜਿਹੜੀ ਆ ਉਹਦੇ ਕੰਨੀ ਅਤੇ ਪਿੰਡ ਦੇ ਲੋਕਾਂ ਤੱਕ ਖਬਰ ਪਹੁੰਚ ਜਾਊਗੀ ਕਿ ਲੋਕ ਇੰਨੇ ਇਕੱਠੇ ਹੋ ਕੇ ਕਿਉਂ ਆਏ ਆ, ਔਰ ਸ਼ਾਂਤੀ ਨਾਲ ਜਾਣਾ ਉਸ ਪਿੰਡ ਦੇ ਵਿੱਚ। ਠੀਕ ਹੈ, ਗੁੱਡ ਆਈਡੀਆ ਮੇਰਾ। ਤੁਸੀਂ 15-20 ਇਕੱਠੇ ਹੋ ਕੇ ਬਜ਼ੁਰਗ ਲੈ ਕੇ ਜਾਣੇ, ਸਿਆਣੇ, ਇਹ ਨਹੀਂ ਤੁਸੀਂ ਜੰਗ ਬਲੱਡ ਹੋ ਆ ਉਹ ਨਹੀਂ ਕਰਨੀ, ਕਿਉਂਕਿ ਪਿੰਡ ਦੇ ਵਿੱਚ ਕੋਈ ਬੰਦਾ ਬਿਮਾਰ ਹੋ ਸਕਦਾ, ਕੋਈ ਹਾਰਟ ਦਾ ਪੇਸ਼ੈਂਟ ਹੋ ਸਕਦਾ, ਕਿਸੇ ਦੇ ਘਰ ਸੋਗ ਹੋ ਸਕਦਾ ਆ, ਕਿਸੇ ਘਰ ਖੁਸ਼ੀ ਹੋ ਸਕਦੀ ਆ, ਕਿਸੇ ਦੇ ਗੁਆਂਢ ਵਿੱਚ ਵਿਆਹ ਹੋ ਸਕਦਾ। ਸੋ ਇਸ ਤਰ੍ਹਾਂ ਤੁਸੀਂ ਪ੍ਰਵੇਸ਼ ਕਰਨਾ ਉਸ ਪਿੰਡ ਦੇ ਵਿੱਚ ਦਹਲੀਜ਼ ਤੇ ਕਿ ਸਰਪੰਚ ਸਾਹਿਬ ਦੱਸੋ ਕਿ ਇੰਨੇ ਮਿੰਟਾਂ 'ਚ ਆ ਗਏ ਆ, ਤੁਹਾਡੇ ਪਿੰਡ ਦੇ ਬਾਹਰ ਖੜੇ ਆ, ਤੇ ਸਰਪੰਚ ਸਾਹਿਬ ਉਸ ਪਿੰਡ ਦਾ ਮੋਹਤਬਰ ਜਿਹੜਾ ਆ ਉਹ ਫਿਰ ਤੁਹਾਨੂੰ ਪੰਚਾਇਤ ਘਰ ਵਿੱਚ ਬਿਠਾਊਗਾ। ਤਾਂ ਫਿਰ ਗੱਲਾਂ ਬਾਤ ਤੁਸੀਂ ਕਰੋਗੇ, ਪਿਆਰ ਨਾਲ ਗੱਲ ਕਰਨੀ, ਸਤਿਕਾਰ ਨਾਲ, ਔਰ ਉਹਨਾਂ ਨੂੰ ਇਹ ਕਹਿਣਾ ਕਿ ਅਸੀਂ ਬੇਨਤੀ ਕਰਨਾ ਹੈ ਜੀ ਇੰਨੇ ਪੈਸੇ ਦੀ। ਮੇਰੇ ਖਿਆਲ ਕਿ ਪੁਲਿਸ ਤੋਂ ਪਹਿਲਾਂ ਤੁਸੀਂ ਪਹਿਲਾ ਸਟੈਪ ਆ ਲਓ ਤੇ ਪੁਲਿਸ ਨੂੰ 4-5 ਵਾਰ ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਤੁਸੀਂ ਮੇਰੇ ਕਹਿਣ ਤੇ ਇਹ ਸਟੈਪ ਲਓ, ਉਸ ਤੋਂ ਬਾਅਦ ਆਪਾਂ ਸਟੈਪ ਲਵਾਂਗੇ ਪੁਲਿਸ ਦਾ, ਫਿਰ ਆਪਾਂ ਸਟੈਪ ਲਵਾਂਗੇ ਮੀਡੀਆ ਦਾ। ਜਦੋਂ ਪੰਚਾਇਤ ਨੇ ਜਾਣਾ ਹੈ ਨਾ ਉਸ ਵੇਲੇ ਤੁਸੀਂ ਮੀਡੀਆ ਨੂੰ ਵੀ ਨਾਲ ਜਾ ਸਕਦੇ ਹੋ। ਠੀਕ ਹੈ ਜੀ, ਠੀਕ ਹੈ, ਮੀਡੀਆ ਨੂੰ ਮੈਂ ਬੈਠਾ ਇੱਥੋਂ ਮੈਂ ਉਹਨਾਂ ਨੂੰ ਬੇਨਤੀ ਕਰ ਦਾਂਗਾ, ਮੇਰੀ ਬੇਨਤੀ ਨੂੰ ਕਬੂਲ ਕਰਨਗੇ। ਸੋ ਤੁਸੀਂ ਇਸ ਤਰ੍ਹਾਂ ਜਾਓ ਔਰ ਪਿਆਰ ਨਾਲ ਜਾਓ, ਸਤਿਕਾਰ ਨਾਲ ਜਾਓ। ਠੀਕ ਹੈ ਜੀ, ਮਿਹਰਬਾਨੀ। ਮੈਂ ਤੁਹਾਡੇ ਤੋਂ ਅਵਤਾਰ, ਤੁਹਾਡਾ ਨਾਮ ਹੈ ਅਮਰਤਪਾਲ ਸਿੰਘ ਹੈਪੀ, ਪਰ ਤੁਸੀਂ ਹੈਪੀ ਨਹੀਂ ਹੋ। ਬੜੀ ਮਿਹਰਬਾਨੀ, ਮੈਂ ਅੱਗੇ ਲੈਣ ਮੇਰੀ ਸਟੋਰੀ ਤੋਂ ਮੈਂ ਬਿਹਾਈਂਡ ਹੈ। ਧੰਨਵਾਦ।